ਜਪਜੀ ਸਾਹਿਬ ਦੀ ਵਿਆਖਿਆ ਓਸ਼ੋ ਰਾਹੀਂ। ਨਾਨਕ ਕਹਿੰਦੇ ਹਨ, ਉਸ ਵਿੱਚ ਵੀ ਸ਼ਕਤੀ ਨਹੀਂ ਹੈ। ਤੁਸੀਂ ਤਾਂ ਮੌਨ ਬੈਠੋਗੇ, ਜਿਹੜਾ ਬੋਲ ਰਿਹਾ ਸੀ। ਗੁਣ ਧਰਮ ਤਾਂ ਉਹੀ ਰਹੇਗਾ। ਬੋਲਣ ਵਿੱਚ ਜੇਕਰ ਤੁਸੀਂ ਪਾਪੀ ਸੀ ਤਾਂ ਚੁੱਪ ਹੋ ਜਾਣ 'ਚ ਕਿਵੇਂ ਤੁਸੀਂ ਪੁੰਨ ਆਤਮਾ ਹੋ ਜਾਓਗੇ। ਇਹਨੂੰ ਜ਼ਰਾ ਸਮਝੋ, ਤੁਹਾਡੀ ਖਾਸੀਅਤ। ਇੱਕ ਸ਼ੈਤਾਨ ਆਦਮੀ ਚੁੱਪ ਬੈਠਾ ਹੈ, ਸ਼ੈਤਾਨ ਹੀ ਰਹੇਗਾ। ਕਿਵੇਂ ਫਰਕ ਹੋ ਜਾਏਗਾ ਚੁੱਪ ਹੋ ਜਾਣ ਨਾਲ? ਚੁੱਪ ਬੋਲਣ ਨਾਲ ਕੀ ਅੰਤਰ ਪਏਗਾ? ਅੱਛਾ ਆਦਮੀ ਚੁੱਪ ਬੈਠੇ ਅੱਛਾ ਰਹੇਗਾ, ਬੋਲੇ ਅੱਛਾ ਆਦਮੀ ਹੀ ਰਹੇਗਾ। ਬੁਰਾ ਆਦਮੀ ਬੋਲੇ ਬੁਰਾ, ਚੁੱਪ ਬੈਠੇ ਤਾਂ ਬੁਰਾ ਰਹੇਗਾ। ਬੁਰਾ ਆਦਮੀ ਚੁੱਪ ਵਿੱਚੋਂ ਵੀ ਕੋਈ ਤਰਕੀਬ ਕੱਢ ਲਏਗਾ ਕਿ ਕਿਵੇਂ ਦੂਜਿਆਂ ਨੂੰ ਨੁਕਸਾਨ ਪਹੁੰਚਾਏ। ਬੁਰਾ ਆਦਮੀ ਮੌਨ ਵਿੱਚੋਂ ਵੀ ਸ਼ੈਤਾਨੀ ਲੱਭ ਲਏਗਾ। ਤੁਹਾਡੀ ਖਾਸੀਅਤ ਕਿਵੇਂ ਬਦਲ ਜਾਏਗੀ? ਤੁਸੀਂ ਸੋਚਦੇ ਹੋ ਸਿਰਫ ਤੁਸੀਂ ਚੁੱਪ ਹੋ ਗਏ ਤਾਂ ਸਭ ਹੋ ਜਾਏਗਾ, ਵੱਡੀ ਸ਼ਕਤੀ ਆ ਜਾਏਗੀ। ਤੁਸੀਂ ਤਾਂ ਚੁੱਪ ਰਹੋਗੇ, ਕੀ ਫਰਕ ਪੈ ਜਾਏਗਾ? ਚੁੱਪ ਵੀ ਤੁਹਾਡੀ, ਬਚਨ ਤੁਹਾਡੇ ਬਚਨਾਂ 'ਚ ਤੁਸੀਂ ਮੌਜੂਦ ਸੀ। ਚੁੱਪ 'ਚ ਤੁਸੀਂ ਮੌਜੂਦ ਰਹੋਗੇ, ਤੁਸੀਂ ਤਾਂ ਰਹੋਗੇ। ਤੁਸੀਂ ਕਹੋਗੇ ਹੁਣ ਮੈਂ ਮੌਨ ਹੋ ਗਿਆ, ਮੈਂ ਧਿਆਨ 'ਚ ਹੋ ਗਿਆ, ਮੈਂ ਧਿਆਨੀ ਹਾਂ। ਇਹੀ ਆਕੜ ਪਹਿਲਾਂ ਸੀ ਕਿ ਮੈਂ ਵਕਤਾ ਬੋਲਣ ਵਾਲਾ ਹਾਂ, ਵੱਡਾ ਬੋਲਣ ਵਾਲਾ। ਆਕੜ ਅੰਨੀ ਹੈ, ਬੋਲਣ 'ਚ ਵੀ ਤੁਸੀਂ ਅੰਨੇ ਹੋ। ਮੈਂ ਸੁਣਿਆ ਵਗਦੀ ਗੰਗਾ ਵੇਖ ਕੇ ਮੁੱਲਾ ਨਸਰੂਦੀਨ ਨੇ ਵੀ ਸੋਚਿਆ ਕਿ ਮੈਂ ਵੀ ਹੱਥ ਧੋ ਲਵਾਂ। ਤਾਂ ਇੱਕ ਰਾਜ ਵਿੱਚ ਮੰਤਰੀਆਂ ਦਾ ਵਧਾਅ ਹੋ ਰਿਹਾ ਸੀ। ਮੰਤਰੀ ਹੋ ਗਿਆ। ਖਿਆਲ ਉਹਨੂੰ ਹਮੇਸ਼ਾ ਤੋਂ ਇਹੀ ਸੀ ਕਿ ਮੈਂ ਵੱਡਾ ਬੋਲਣ ਵਾਲਾ, ਇਸ ਲਈ ਨੇਤਾ ਬਣਨ 'ਚ ਹੋਰ ਤਾਂ ਕੋਈ ਕਮੀ ਨਹੀਂ ਹੈ, ਵੱਡਾ ਵਕਤਾ। ਪਰ ਉਹਨੇ ਇੰਨੇ ਲੰਮੇ ਭਾਸ਼ਣ ਦਿੱਤੇ, ਲੋਕ ਬੋਰ ਹੋ ਗਏ। ਪੁਲਿਸ ਨੂੰ ਚਾਰੇ ਪਾਸੇ ਰੱਖਣਾ ਪੈਂਦਾ ਸੀ, ਜਿਹੋ ਜਿਹਾ ਕਿ ਸਾਰਿਆਂ ਨੇਤਾਵਾਂ ਦੀ ਸਭਾ 'ਚ ਰੱਖਣਾ ਪੈਂਦਾ ਹੈ। ਉਹ ਲੋਕਾਂ ਨੂੰ ਬਾਹਰ ਜਾਣ ਤੋਂ ਰੋਕਣ ਲਈ, ਨਹੀਂ ਤਾਂ ਭਾਸ਼ਣ ਚੱਲੇ ਤੇ ਲੋਕੀ ਬਾਹਰ ਭੱਜ ਜਾਣ। ਤਾਂ ਉਹਨੇ ਸਖਤ ਪਹਿਰਾ ਲਾ ਦਿੱਤਾ, ਪਰ ਫਿਰ ਵੀ ਲੋਕ ਬੋਰ ਤਾਂ ਹੁੰਦੇ ਹੀ, ਉਬਾਸੀਆਂ ਲੈਂਦੇ ਉਹਦੇ ਹੀ ਸਾਹਮਣੇ। ਤਾਂ ਉਹਨੇ ਆਪਣੇ ਪੀਏ ਨੂੰ ਕਿਹਾ ਕਿ ਭਾਸ਼ਣ ਥੋੜ੍ਹੇ ਛੋਟੇ ਲਿਖਿਆ ਕਰ, ਇੰਨੇ ਵੱਡੇ ਵੱਡੇ ਭਾਸ਼ਣ ਲਿਖਦਾ, ਲੋਕ ਬੋਰ ਹੋ ਜਾਂਦੇ ਆ, ਮੇਰੀ ਮਾਣ ਇੱਜ਼ਤ ਗੁਆਚ ਰਿਹਾ। ਪੀਏ ਨੇ ਛੋਟਾ ਭਾਸ਼ਣ ਲਿਖਿਆ। ਮੁੱਲਾ ਨਸਰੂਦੀਨ ਬਹੁਤ ਖੁਸ਼ੀ 'ਚ ਬੋਲਿਆ, ਪਰ ਲੋਕ ਫਿਰ ਵੀ ਬੋਰ ਹੋਏ। ਪਰਤ ਕੇ ਆ ਕੇ ਉਹਨੇ ਕਿਹਾ ਕਿ ਮੈਂ 1000 ਵਾਰ ਤੈਨੂੰ ਕਿਹਾ ਭਾਸ਼ਣ ਛੋਟਾ ਲਿਖ, ਲੋਕ ਬੋਰ ਹੋ ਰਹੇ ਆ, ਅੱਕ ਰਹੇ ਆ, ਫਿਰ ਵੀ ਤੂੰ ਵੱਡਾ ਲਿਖਿਆ। ਪੀਏ ਨੇ ਕਿਹਾ ਮਹਾਰਾਜ ਮੈਂ ਤਾਂ ਛੋਟਾ ਹੀ ਲਿਖਿਆ ਸੀ, ਪਰ ਤੁਸੀਂ 3 ਕਾਪੀਆਂ ਪੜ੍ਹ ਛੱਡੀਆਂ। ਬੁੱਧੀ ਤਾਂ ਉਧਾਰ ਨਹੀਂ ਮਿਲ ਸਕਦੀ, ਭਾਸ਼ਣ ਤੁਸੀਂ ਲਿਖਾ ਸਕਦੇ ਹੋ, ਗੁਣ ਤਾਂ ਉਧਾਰ ਨਹੀਂ ਮਿਲ ਸਕਦਾ। ਵਿਅਕਤਿਤਵ ਦਾ ਜਿਹੜਾ ਗੁਣ ਹੈ, ਉਹਨੂੰ ਪਾਉਣ ਦੇ ਤਾਂ ਕੋਈ ਸਸਤੇ ਉਪਾਅ ਨਹੀਂ ਹੈ, ਕੋਈ ਦੂਜਾ ਨਹੀਂ ਦੇ ਸਕਦਾ। ਤੁਸੀਂ ਜੇਕਰ ਸ਼ੈਤਾਨ ਹੋ ਤਾਂ ਤੁਸੀਂ ਚੁੱਪ ਹੋ ਕੇ ਬਹਿ ਜਾਓਗੇ, ਅੰਦਰ ਤਾਂ ਸ਼ੈਤਾਨ ਹੀ ਰਹੇਗਾ। ਤੁਹਾਡੀ ਅਕਲ ਕੱਲ ਤੱਕ ਬੋਲਣ ਦੇ ਵੱਲੋਂ ਫੜਦੀ ਸੀ, ਹੁਣ ਸ਼ੂਨਿਆਂ ਵੱਲੋਂ, ਚੁੱਪ ਦੇ ਵੱਲੋਂ ਫੜ ਲਏਗੀ। ਝੇਨ ਫਕੀਰ ਬੋਕੂਜ਼ੂ ਆਪਣੇ ਗੁਰੂ ਕੋਲ ਗਿਆ। ਉਹਨੇ ਕਿਹਾ ਕਿ ਹੁਣ ਮੈਂ ਬਿਲਕੁਲ ਚੁੱਪ ਹੋ ਗਿਆ, ਸ਼ੂਨਿ ਆ ਗਿਆ, ਹੁਣ ਬੋਲੋ। ਉਹਦੇ ਗੁਰੂ ਨੇ ਕਿਹਾ ਕਿ ਪਹਿਲਾਂ ਤੂੰ ਬਾਹਰ ਜਾ ਕੇ ਇਹ ਸ਼ੂਨਿਆਂ ਸੁੱਟ ਕੇ ਆ, ਫਿਰ ਅੰਦਰ ਆ। ਬੋਕੂਜ਼ੂ ਨੇ ਕਿਹਾ ਕਿ ਸ਼ੂਨਿਆਂ ਸੁੱਟਾਂ ਵਾਂ, ਅਤੇ ਹੁਣ ਤੱਕ ਤੁਸੀਂ ਇਹੀ ਸਮਝਾਉਂਦੇ ਰਹੇ ਹੋ ਕਿ ਸ਼ੂਨਿ ਹੋ ਜਾ। ਬੋਕੂਜ਼ੂ ਦੇ ਗੁਰੂ ਨੇ ਕਿਹਾ ਕਿ ਇਹ ਪਹਿਲੀ ਪੌੜੀ ਸੀ, ਹੁਣ ਇਹ ਦੂਜੀ, ਫਿਰ ਮੌਨ ਸੁੱਟ ਦਿਓ, ਨਹੀਂ ਤਾਂ ਮੌਨ ਨਾਲ ਵੀ ਆਕੜ ਜਾਓਗੇ। ਹੁਣ ਇਹ ਕੌਣ ਕਹਿ ਰਿਹਾ ਕਿ ਮੈਂ ਸ਼ੂਨਿ ਹੋ ਗਿਆ? ਇਸੇ ਨੂੰ ਤਾਂ ਡਿਗਾਉਣਾ ਹੈ। ਨਾਨਕ ਕਹਿੰਦੇ ਆਖਣ ਜ਼ੋਰ ਚੁੱਪੈ ਨਾ ਜ਼ੋਰ। ਨਾ ਬੋਲਣ 'ਚ ਤਾਕਤ ਹੈ, ਨਾ ਚੁੱਪ ਹੋਣ 'ਚ ਤਾਕਤ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਨਾ ਮੰਗਣ 'ਚ ਸ਼ਕਤੀ ਹੈ, ਨਾ ਦਾਨ 'ਚ ਸ਼ਕਤੀ ਹੈ। ਕੀ ਦਿਓਗੇ ਤੁਸੀਂ? ਤੁਹਾਡੇ ਕੋਲ ਹੈ ਕੀ? ਇੱਕ ਆਦਮੀ ਮੰਗ ਰਿਹਾ, ਇੱਕ ਆਦਮੀ ਦੇ ਰਿਹਾ। ਮੰਗਣ ਵਾਲਾ ਵੀ ਉਹੀ ਮੰਗਦਾ ਹੈ, ਦੇਣ ਵਾਲਾ ਵੀ ਉਹੀ ਦਿੰਦਾ ਹੈ। ਕੀ ਦਿਓਗੇ ਤੁਸੀਂ? ਇੱਕ ਆਦਮੀ ਧਨ ਮੰਗ ਰਿਹਾ ਪਰਮਾਤਮਾ ਤੋਂ, ਪਰ ਦੋਹਾਂ ਦੀ ਨਜ਼ਰ ਤਾਂ ਧਨ ਉੱਤੇ ਹੈ, ਮੰਗਣ ਵਾਲੇ ਦੀ ਵੀ ਅਤੇ ਦੇਣ ਵਾਲੇ ਦੀ ਵੀ। ਇਹ ਤਾਂ ਹੋ ਵੀ ਸਕਦਾ ਹੈ ਕਿ ਮੰਗਣ ਵਾਲਾ ਨਿਮਰਤਾ ਵਾਲਾ ਹੋਵੇ, ਦਾਨ ਕਰਨ ਵਾਲਾ ਕਿਵੇਂ ਨਿਮਰਤਾਵਾਨ ਹੋਏਗਾ? ਉਹ ਤਾਂ ਕਹੇਗਾ ਮੈਂ ਦਾਤਾ, ਅਤੇ ਦਾਤਾ ਕੇਵਲ ਇੱਕ ਹੈ। ਤੁਸੀਂ ਕਿਵੇਂ ਦਾਤਾ ਹੋ ਸਕਦੇ ਹੋ? ਦਿਓਗੇ ਤੁਸੀਂ ਕੀ? ਜੋ ਤੁਹਾਡੇ ਕੋਲ ਹੈ ਉਹੀ ਦਿਓਗੇ ਨਾ। ਤੁਹਾਡੇ ਕੋਲ ਕੀ ਹੈ? ਕੰਕਰ, ਪੱਥਰ, ਚਾਂਦੀ, ਸੋਨੇ ਦੇ ਠੀਕਰੇ, ਕਾਗਜ਼ ਦੇ ਨੋਟ, ਸਭ ਆਦਮੀ ਦੀਆਂ ਮਾਨਿਅਤਾਵਾਂ ਹਨ। ਤੁਸੀਂ ਦਿਓਗੇ ਕੀ? ਨਾਨਕ ਕਹਿੰਦੇ ਹਨ ਨਾ ਮੰਗਣ 'ਚ ਸ਼ਕਤੀ ਹੈ, ਨਾ ਦਾਨ 'ਚ ਸ਼ਕਤੀ ਹੈ, ਨਾ ਜੀਵਨ 'ਚ ਸ਼ਕਤੀ ਹੈ, ਨਾ ਮਰਨ 'ਚ ਸ਼ਕਤੀ ਹੈ। ਤੁਸੀਂ ਜੀ ਕੇ ਉਹਨੂੰ ਨਹੀਂ ਪਾ ਰਹੇ ਹੋ। ਕਈ ਲੋਕ ਸੋਚਦੇ ਆ ਕਿ ਮਰ ਜਾਈਏ, ਉਹਨਾਂ ਨੂੰ ਤੁਸੀਂ ਥਾਂ ਥਾਂ 'ਤੇ ਆਸ਼ਰਮਾਂ 'ਚ ਬੈਠੇ ਹੋਏ ਪਾਓਗੇ। ਇੱਕਦਮ ਮਰਨ ਦੀ ਹਿੰਮਤ ਨਹੀਂ ਹੈ, ਤਾਂ ਹੌਲੀ ਹੌਲੀ ਮਰਦੇ ਆ। ਹੌਲੀ ਹੌਲੀ ਮਰਨ ਦਾ ਨਾਮ ਲੋਕਾਂ ਨੇ ਸੰਨਿਆਸ ਬਣਾ ਰੱਖਿਆ। ਹੌਲੀ ਹੌਲੀ ਮਰਦੇ ਆ। ਪਹਿਲਾਂ ਸੰਸਾਰ ਤੋਂ ਭੱਜ ਗਏ ਤਾਂ 90% ਦੀ ਜ਼ਿੰਦਗੀ ਤਾਂ ਖਤਮ ਹੀ ਹੋ ਗਈ, ਕਿਉਂਕਿ ਜ਼ਿੰਦਗੀ 90% ਤਾਂ ਉੱਥੇ ਸੀ। ਫਿਰ ਆਸ਼ਰਮ 'ਚ ਬਹਿ ਗਏ,
2 ਵਾਰ ਖਾਣਾ ਨਾ ਖਾਧਾ 1 ਵਾਰ ਖਾਧਾ, 50% ਹੀ ਮਰੇ। ਇਸ ਤਰ੍ਹਾਂ ਰੋਜ਼ ਕੱਟਦੇ ਜਾਂਦੇ ਹਨ। ਇਸੇ ਤਰ੍ਹਾਂ ਰੋਜ਼ ਆਪਣੇ ਆਪ ਨੂੰ ਕੱਟ ਕੇ ਅਪੰਗ ਕਰਦੇ ਹਨ, ਫਿਰ ਜਿਉਂਦੇ ਹਨ। ਉਹ ਜਿਉਣਾ ਕਰੀਬ ਕਰੀਬ ਮਰਨ ਵਰਗਾ ਹੈ। ਨਾਨਕ ਕਹਿੰਦੇ ਹਨ, ਨਾ ਤੁਹਾਡੇ ਜਿਉਣ 'ਚ ਸ਼ਕਤੀ ਹੈ, ਨਾ ਤੁਹਾਡੇ ਮਰਨ 'ਚ। ਤੁਸੀਂ ਜੀ ਕੇ ਉਹਨੂੰ ਨਹੀਂ ਪਾ ਸਕੇ, ਮਰ ਕੇ ਉਹਨੂੰ ਕਿਵੇਂ ਪਾ ਲਓਗੇ? ਤੁਸੀਂ ਤਾਂ ਮਰੋਗੇ ਨਾ, ਤੁਸੀਂ ਫਿਰ ਪੈਦਾ ਹੋ ਜਾਓਗੇ। ਤੁਸੀਂ ਇੱਥੋਂ ਹਟੋਗੇ, ਉੱਥੇ ਹੋ ਜਾਓਗੇ, ਥਾਂ ਬਦਲੇਗਾ, ਤੁਸੀਂ ਕਿਵੇਂ ਬਦਲੋਗੇ? ਨਾਨਕ ਵੱਡੀ ਮਹੱਤਵਪੂਰਨ ਗੱਲ ਕਹਿ ਰਿਹਾ। ਖਿਆਲ ਰੱਖਣਾ, ਹਿਰਦੇ 'ਚ ਉਹਨਾਂ ਨੂੰ ਗੂੰਜਣ ਦੇਣਾ। ਨਾ ਜੀਵਨ 'ਚ ਸ਼ਕਤੀ ਹੈ, ਨਾ ਮਰਨ 'ਚ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਜ਼ੋਰ ਨਾ ਰਾਜ ਮਾਲ ਮਨ ਸੋਰ। ਨਾ ਰਾਜ ਸੰਪਤੀ 'ਚ ਸ਼ਕਤੀ ਹੈ, ਨਾ ਮਨ ਦੇ ਸੰਕਲਪ ਵਿਕਲਪ ਵਿੱਚ ਸ਼ਕਤੀ ਹੈ। ਕੁਛ ਲੋਕ ਧਨ ਜੋੜਦੇ ਹਨ, ਕੁਛ ਲੋਕ ਯੋਗ ਜੋੜਦੇ ਹਨ। ਉਹ ਬੈਠ ਕੇ ਸੰਕਲਪ ਕਰਦੇ ਹਨ, ਮਨ ਨੂੰ ਇਕਾਗਰ ਕਰਦੇ ਹਨ, ਬਹੁਤ ਤਪੱਸਿਆ ਕਰਦੇ ਹਨ। ਪਰ ਨਾਨਕ ਕਹਿੰਦੇ ਹਨ, ਨਾ ਧਨ ਸੰਪਤੀ ਵਿੱਚ ਜ਼ੋਰ ਹੈ, ਨਾ ਮਨ ਦੇ ਸੰਕਲਪ ਵਿਕਲਪ ਵਿੱਚ ਜ਼ੋਰ ਹੈ। ਤੇ ਸਭ ਤੋਂ ਮਹੱਤਵਪੂਰਨ ਗੱਲ ਕਹਿੰਦੇ ਹਨ ਕਿ ਨਾ ਸ੍ਰਿਸ਼ਟੀ 'ਚ, ਨਾ ਗਿਆਨ 'ਚ, ਨਾ ਵਿਚਾਰ ਵਿੱਚ। ਯੋਗ ਨਾ ਸੁਰਤੀ, ਗਿਆਨ ਵਿਚਾਰ। ਵਿਚਾਰ ਵਿੱਚ ਤਾਂ ਜ਼ੋਰ ਨਹੀਂ ਹੈ, ਇਹ ਤਾਂ ਬਹੁਤ ਲੋਕਾਂ ਨੇ ਕਿਹਾ, ਕਿਉਂਕਿ ਵਿਚਾਰ ਤਾਂ ਸਤਹੀ ਹਲਚਲ ਹੈ, ਗਿਆਨ 'ਚ ਜ਼ੋਰ ਨਹੀਂ ਹੈ, ਬਹੁਤ ਲੋਕਾਂ ਨੇ ਕਿਹਾ, ਕਿਉਂਕਿ ਸ਼ਾਸਤਰ 'ਚੋਂ ਪੜ੍ਹ ਕੇ ਅਤੇ ਸੁਣ ਕੇ ਗੁਰੂ ਦੇ ਕੋਲੋਂ ਤੁਸੀਂ ਜੋ ਵੀ ਇਕੱਠਾ ਕਰ ਲੈਂਦੇ ਹੋ, ਉਸ 'ਚ ਕੀ ਜ਼ੋਰ ਹੈ? ਸਭ ਉਧਾਰ ਤੇ ਬੇਹੈ। ਪਰ ਨਾਨਕ ਆਖਰੀ ਸੱਟ ਮਾਰਦੇ ਹਨ, ਕਹਿੰਦੇ ਹਨ, ਜ਼ੋਰ ਨਾ ਸੁਰਤੀ। ਤੁਹਾਡੀ ਸਿਮਰਤੀ ਵਿੱਚ, ਤੁਹਾਡੀ ਸਮਰਨ ਕਰਨ ਦੀ ਸ਼ਕਤੀ 'ਚ, ਉਹਦੇ ਵਿੱਚ ਵੀ ਕੋਈ ਜ਼ੋਰ ਨਹੀਂ ਹੈ। ਤੁਸੀਂ ਤਾਂ ਸਮਰਨ ਕਰੋਗੇ ਨਾ। ਹੁਣ ਇਹ ਬਹੁਤ ਮਜ਼ੇ ਦੀ ਗੱਲ ਹੈ। ਇਹੀ ਸਾਰੇ ਰਾਜ ਦਾ ਜਿਹੜਾ ਵਿਵਾਦ ਸਬਦ, ਜਿਸ ਦੇ ਵਿਸ਼ੇ 'ਚ ਜਿਹੜਾ ਹੋਵੇ ਰੂਪ ਹੈ, ਜੋ ਪੈਰਾਡੌਕਸ ਹੈ, ਉਹ ਪ੍ਰਗਟ ਹੁੰਦਾ ਹੈ। ਪੂਰੇ ਸਮੇਂ ਨਾਨਕ ਕਹਿੰਦੇ ਹਨ, ਸੁਰਤ, ਉਹਦੀ ਯਾਦ। ਇੱਥੋਂ ਇਹ ਕਹਿੰਦੇ ਹਨ, ਉਹਦੀ ਯਾਦ ਵਿੱਚ ਵੀ ਕੋਈ ਜ਼ੋਰ ਨਹੀਂ। ਇੱਕ ਚਰਨ ਹੈ ਉਹਦੀ ਯਾਦ, ਦੂਜਾ ਚਰਨ ਹੈ ਅਨੁਭਵ। ਕਿ ਉਹਦੀ ਯਾਦ ਨਾਲ ਵੀ ਕੀ ਹੋਏਗਾ? ਮੈਂ ਹੀ ਤਾਂ ਉਹਦੀ ਯਾਦ ਕਰਾਂਗਾ ਨਾ। ਉਹ ਯਾਦ ਵੀ ਤਾਂ ਮੇਰੀ ਹੋਏਗੀ, ਮੈਂ ਹੀ ਤਾਂ ਪੁਕਾਰਾਂਗਾ। ਉਹ ਪੁਕਾਰ ਵੀ ਮੇਰੀ ਹੋਏਗੀ ਅਤੇ ਮੇਰੀ ਹੀ ਖਾਸੀਅਤ ਉਹਦੇ ਵਿੱਚ ਸਮਾਈ ਹੋਏਗੀ। ਉਸ 'ਚ ਕੀ ਜ਼ੋਰ ਹੋ ਸਕਦਾ ਹੈ? ਦੂਜੀ ਘੜੀ ਨੇੜੇ ਆ ਰਹੀ ਹੈ, ਜਿੱਥੇ ਸਾਧਕ ਸਭ ਛੱਡ ਦਿੰਦਾ ਹੈ। ਸਭ ਕਰਕੇ ਧਿਆਨ ਰੱਖਣਾ, ਛੇਤੀ ਨਾ ਕਰਨਾ ਛੱਡਣ ਦੀ। ਜੇਕਰ ਜ਼ਰਾ ਕੁ ਵੀ ਬਾਕੀ ਰਹਿ ਗਿਆ, ਕੋਈ ਫਲ ਨਹੀਂ ਹੋਏਗਾ। ਇਹ ਤਾਂ ਆਖਰੀ ਹੈ, ਜਦ ਕਰਨ ਨੂੰ ਕੁਝ ਵੀ ਨਹੀਂ ਬਚਦਾ। ਸੱਚ ਤਾਂ ਇਹ ਹੈ ਕਿ ਤੁਸੀਂ ਛੱਡਦੇ ਵੀ ਨਹੀਂ, ਛੁੱਟ ਜਾਂਦਾ ਹੈ, ਕਿਉਂਕਿ ਤੁਸੀਂ ਛੱਡੋਗੇ ਤਾਂ ਅਜੇ ਕੁਝ ਬਾਕੀ ਸੀ। ਤੁਸੀਂ ਕਰ ਲੈਂਦੇ ਹੋ, ਕਰ ਲੈਂਦੇ ਥੱਕ ਜਾਂਦੇ ਆਖਰੀ ਘੜੀ ਆ ਜਾਂਦੀ ਹੈ, ਤੁਸੀਂ ਡਿੱਗ ਪੈਂਦੇ ਹੋ। ਡਿੱਗਦੇ ਵੀ ਨਹੀਂ ਆਪਣੇ ਵੱਲੋਂ, ਤੁਸੀਂ ਅਚਾਨਕ ਪਾਉਂਦੇ ਹੋ ਕਿ ਡਿੱਗ ਪਏ। ਹੁਣ ਕੋਈ ਹਿੱਲਣ ਦਾ ਉਪਾਅ ਨਾ ਰਿਹਾ, ਕਿਤੇ ਜਾਣ ਦਾ ਉਪਾਅ ਨਾ ਰਿਹਾ। ਉਹਨੂੰ ਉਹ ਕਹਿ ਰਹੇ ਹਨ ਕਿ ਕਿਸੇ ਚੀਜ਼ 'ਚ ਜ਼ੋਰ ਨਹੀਂ, ਕਿਉਂਕਿ ਜ਼ੋਰ ਜੇਕਰ ਥੋੜ੍ਹਾ ਵੀ ਬਚਿਆ ਤਾਂ ਹੋਰ ਟੁਰੋਗੇ। ਨਾਨਕ ਕਹਿੰਦੇ ਹਨ, ਜ਼ੋਰ ਨਾ ਸੁਰਤੀ, ਗਿਆਨ ਵਿਚਾਰ। ਜ਼ੋਰ ਨਾ ਜੁਗਤੀ, ਛੁਟੇ ਸੰਸਾਰ। ਸੰਸਾਰ ਨੂੰ ਛੱਡਣ ਦੀਆਂ ਜਿੰਨੀਆਂ ਜੁਗਤਾਂ ਹਨ, ਸਾਧਨ ਹਨ, ਵਿਧੀਆਂ ਹਨ, ਮੈਥਡਸ ਹਨ, ਉਹਨਾਂ ਵਿੱਚ ਵੀ ਕੋਈ ਜ਼ੋਰ ਨਹੀਂ। ਸੱਚੀ ਸ਼ਕਤੀ ਤਾਂ ਉਸ ਪਰਮਾਤਮਾ ਦੇ ਹੱਥ 'ਚ ਹੈ, ਜਿਹੜਾ ਸ੍ਰਿਸ਼ਟੀ ਰਚਦਾ ਹੈ, ਉਹਨੂੰ ਵੇਖਦਾ ਹੈ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਉਹਦੇ ਹੱਥ 'ਚ ਹੈ, ਪਰਮਾਤਮਾ ਦੇ ਹੱਥ ਵਿੱਚ ਸਾਰਾ ਜ਼ੋਰ ਹੈ, ਸਾਰੀ ਤਾਕਤ ਹੈ। ਤੁਸੀਂ ਨਿਰਬਲ ਹੋ ਜਾਓ, ਉਹਦਾ ਸਹਾਰਾ ਮਿਲ ਜਾਏਗਾ। ਤੁਸੀਂ ਬਲਵਾਨ ਰਹੇ, ਸਹਾਰੇ ਦੀ ਕੋਈ ਲੋੜ ਨਹੀਂ। ਨਿਰਬਲ ਕੇ ਬਲਰਾਮ। ਧੰਨਵਾਦ।